ਅਕਸਰ ਸ਼ਹਿਰ ਦੇ ਧਨਾੜ ਲੋਕਾਂ, ਅਫਸਰਾਂ ਜਾਂ ਹਾਈ ਸੁਸਾਇਟੀ ਦੇ ਲੋਕਾਂ ਵੱਲੋਂ ਖੇਡੀ ਜਾਂਦੀ ਮਹਿੰਗੀ ਖੇਡ ਹੈ ਗੋਲਫ, ਜਿਸ ਨੂੰ ਖੇਡਣ ਦੀਆਂ ਥਾਵਾਂ ਪੰਜਾਬ ਦੇ 4-5 ਸ਼ਹਿਰਾਂ ਵਿੱਚ ਹੀ ਹਨ। ਇਸ ਲਈ ਇਹ ਮਹਿੰਗੀ ਖੇਡ ਖੇਡਣਾ ਹਰੇਕ ਦੇ ਵੱਸ ਦੀ ਗੱਲ ਨਹੀਂ। ਪਰ ਹੁਣ ਇਸ ਮਹਿੰਗੀ ਖੇਡ ਨੂੰ ਖੇਡਣ ਦਾ ਮਾਰਕਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਬਦੌਛੀ ਕਲਾਂ ਦੇ ਦੋ ਜੋੜੇ ਭਰਾਵਾਂ ਬਰੇਸ਼ਰ ਸਿੰਘ ਤੇ ਬਿਸਮਾਤ ਸਿੰਘ ਨੇ ਮਾਰਿਆ ਹੈ। ਜਦੋਂ ਗੋਲਫ ਕੋਰਸ 'ਚ ਚੰਡੀਗੜ੍ਹ ਨਹੀਂ ਹੁੰਦੇ ਤਾਂ ਆਪਣੇ ਪਿੰਡ, ਘਰ ਜਾਂ ਖੇਤਾਂ 'ਚ ਹੀ ਪਿੱਚ ਬਣਾ ਕੇ ਖੇਡਣਾ ਸ਼ੁਰੂ ਕਰ ਦਿੰਦੇ ਨੇ। ਦੋਹਾਂ ਨੂੰ ਜਨੂਨ ਵੀ ਇੰਨਾ ਕਿ ਉਹਨਾਂ ਨੇ ਕਾਫੀ ਮਾਰ ਕੇ ਮਾਰੇ ਹਨ, ਜਿਸ ਸਦਕਾ ਭਾਰਤ ਦਾ ਮਾਣ ਰਹੇ ਉੱਡਣੇ ਸਿੱਖ ਮਿਲਖਾ ਸਿੰਘ ਨੇ ਵੀ ਉਹਨਾਂ ਦੀ ਲਗਨ ਵੇਖ ਕੇ ਸਲਾਹੁਤਾ ਕੀਤੀ ਸੀ। ਢੇਰ ਸਾਰੇ ਮਾਣ ਅਵਾਰਡ ਛੋਟੀ ਜਿਹੀ ਉਮਰ ਵਿੱਚ ਹੀ ਉਹਨਾਂ ਨੇ ਜਿੱਤੇ ਹਨ। ਉਹਨਾਂ ਦੀ ਮਾਂ ਨੇ ਖੁਦ ਪੂਰੇ ਜਨੂਨ ਤੇ ਹਿੰਮਤ ਨਾਲ ਇਸ ਖੇਡ 'ਚ ਉਹਨਾਂ ਨੂੰ ਅਗਾਂਹ ਤੋਰਿਆ। ਪਤਾ ਲੱਗਾ ਹੈ ਕਿ ਇਹਨਾਂ ਦੋਹਾਂ ਭਰਾਵਾਂ ਦੀ ਮਾਂ ਖੁਦ ਉਹਨਾਂ ਨੂੰ ਪਿੰਡੋਂ ਚੰਡੀਗੜ੍ਹ ਦੇ ਗੋਲਫ ਕੋਰਸਾਂ 'ਚ ਟ੍ਰੇਨਿੰਗ ਲਈ ਲੈ ਕੇ ਜਾਂਦੀ ਰਹੀ ਹੈ। ਕੀ ਖਾਹਿਸ਼ਾਂ ਨੇ, ਕੀ ਟੀਚੇ ਨੇ, ਆਓ ਜਾਣਦੇ ਹਾਂ ਇਸ ਗੱਲਬਾਤ ਦੇ ਜ਼ਰੀਏ। ਦੋਸਤੋ, ਇਸ ਟਾਈਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੌਛੀ ਕਲਾਂ ਦੇ ਵਿੱਚ ਪਹੁੰਚਿਆ ਹੋਇਆ ਆ। ਗੱਲ ਕਰਾਂਗੇ ਗੋਲਫ ਖੇਡ ਦੇ ਬਾਰੇ ਵਿੱਚ। ਇਸ ਜ਼ਿਲ੍ਹੇ ਦੇ ਦੋ ਨੌਜਵਾਨ ਨੇ ਜਿਹੜੇ ਗੋਲਫ ਖੇਡ ਦੇ ਵਿੱਚ ਇੱਕ ਪਿੰਡ ਤੋਂ ਖੇਡ ਰਹੇ ਨੇ ਔਰ ਚੰਡੀਗੜ੍ਹ ਦੇ ਵਿੱਚ ਜਾ ਕੇ ਉਹਦੀ ਟ੍ਰੇਨਿੰਗ ਲੈ ਰਹੇ ਨੇ। ਬਹੁਤ ਛੋਟੀ ਉਮਰ ਦੇ ਨੌਜਵਾਨ ਨੇ, ਕਹਿ ਸਕਦੇ ਹਾਂ ਕਿ ਵਿਦਿਆਰਥੀ ਨੇ ਹਾਲੇ, ਪਰ ਇਸ ਦੇ ਨਾਲ ਨਾਲ ਇੱਕ ਪਿੰਡ ਵਿੱਚੋਂ ਗੋਲਫ ਖੇਡ ਲਈ ਉਹਨਾਂ ਨੇ ਇੱਕ ਉਦਮ ਕੀਤਾ ਆ। ਦੋ ਭਰਾਵਾਂ ਦੀ ਇਹ ਜੋੜੀ ਹੈ, ਟਵਿਨਸ ਨੇ। ਉਹਨਾਂ ਨਾਲ ਗੱਲਬਾਤ ਵੀ ਕਰਾਂਗੇ, ਗੋਲਫ ਖੇਡ ਦੇ ਬਾਰੇ ਜਾਣਾਂਗੇ ਵੀ। ਇਸ ਟਾਈਮ ਮੈਂ ਉਹਨਾਂ ਦੇ ਘਰ ਪਹੁੰਚਿਆ ਹੋਇਆ ਬਦੌਛੀ ਕਲਾਂ ਪਿੰਡ ਦੇ ਵਿੱਚ, ਤੇ ਆਓ ਪਹਿਲਾਂ ਮਿਲਾਉਂਦੇ ਹਾਂ ਉਹਨਾਂ ਦੇ ਨਾਲ ਤੇ ਉਹਨਾਂ ਦੇ ਕੋਲੋਂ ਜਾਣਦੇ ਹਾਂ ਉਹਨਾਂ ਦੀ ਇਸ ਖੇਡ ਦੇ ਬਾਰੇ ਵਿੱਚ। ਬਰੇਸ਼ਵਰ ਮੇਰੇ ਨਾਲ ਖੜੋਤਾ ਆ, ਬਰੇਸ਼ਵਰ ਨੂੰ ਪੁੱਛਦੇ ਹਾਂ। ਬਰੇਸ਼ਵਰ, ਆਮ ਤੌਰ ਦੇ ਉੱਤੇ ਪਿੰਡਾਂ ਦੇ ਨੌਜਵਾਨ ਇਹਨਾਂ ਖੇਡਾਂ ਬੰਨੀ ਨਹੀਂ ਜਾਂਦੇ। ਗੋਲਫ ਵਰਗੀ ਖੇਡ ਵਾਸਤੇ ਸਾਡੇ ਕੋਲ ਮੈਦਾਨ ਵੀ ਨਹੀਂ ਪਿੰਡਾਂ ਵਿੱਚ ਹੁੰਦੇ, ਪਰ ਤੁਹਾਡਾ ਰੁਝਾਨ ਕਿਵੇਂ ਇੱਧਰ ਨੂੰ ਹੋਇਆ? ਸਰ, ਅਸੀਂ DPS ਸਕੂਲ ਖੰਨੇ, ਉੱਥੋਂ ਅਸੀਂ ਗੇਮ ਸਟਾਰਟ ਕੀਤੀ ਸੀਗੀ। ਇਸ ਦੋਨਾਂ ਨੇ ਪਹਿਲਾਂ ਇਕੱਠਿਆਂ ਡਿਸਕਸ ਕੀਤਾ ਵੀ ਗੇਮ ਸੋਹਣੀ ਲੱਗਦੀ ਆ ਦੇਖਣ ਨੂੰ, ਆਪਾਂ ਹੁਣ ਆਹ ਦੋਨੇ ਇਕੱਠੇ ਖੇਡਦੇ ਹਾਂ। ਅਤੇ ਫਿਰ ਇਹਨੂੰ ਸੀਰੀਅਸਲੀ ਲੱਤਾ ਗੇਮ ਨੂੰ, ਅਤੇ ਫਿਰ ਅੱਗੇ ਬਾਅਦ ਚੋਂ 5th ਕਲਾਸ ਤੱਕ ਅਸੀਂ ਪਹਿਲਾਂ ਐਜ਼ ਅ ਟ੍ਰੇਨਿੰਗ 'ਤੇ ਸਕੂਲ ਦੇ ਵਿੱਚ ਹੀ ਖੇਲੇ। ਅਤੇ ਉਹਦੇ ਬਾਅਦ ਸਰ ਅਸੀਂ ਚੰਡੀਗੜ੍ਹ ਸ਼ਿਫਟ ਹੋ ਗਏ, ਅਤੇ ਉੱਥੇ ਫਿਰ ਅਸੀਂ ਇਹਨੂੰ ਸੀਰੀਅਸਲੀ ਅਤੇ ਟੂਰਨਾਮੈਂਟਸ ਖੇਡਣੇ ਸ਼ੁਰੂ ਕੀਤੇ ਗੇਮ ਦੇ। ਮੇਰੇ ਨਾਲ ਇੱਧਰ ਬਿਸਮਾਤ ਖੜੋਤਾ ਹੈ। ਬਿਸਮਾਤ, ਫਿਰ ਜਦੋਂ ਤੁਸੀਂ ਦੋਨੇ ਭਰਾਵਾਂ ਨੇ ਇਹ ਸੋਚਿਆ ਸਕੂਲ ਤੋਂ ਬਾਅਦ, ਤੇ ਫਿਰ ਟ੍ਰੇਨਿੰਗ ਲਈ ਸਪੈਸ਼ਲ ਕਦੋਂ ਫਿਰ ਚੰਡੀਗੜ੍ਹ ਸ਼ਿਫਟ ਹੋਣ ਤੋਂ ਬਾਅਦ ਕਿਵੇਂ ਟ੍ਰੇਨਿੰਗ ਉੱਥੇ ਲੈਂਦੇ ਰਹੇ, ਜਾਂ ਕਿਵੇਂ ਟ੍ਰੇਨਿੰਗ ਦੀ ਸ਼ੁਰੂਆਤ ਤੁਹਾਡੀ ਹੋਈ ਹੈ? ਪਹਿਲਾਂ ਤਾਂ ਜਦ ਚੰਡੀਗੜ੍ਹ ਕੋਚ ਤੋਂ ਕੋਚਿੰਗ ਲੈਣ ਲੱਗੇ, ਪਹਿਲਾਂ ਤਾਂ 2 ਸਾਲ ਅਪ ਡਾਊਨ ਕਰਦੇ ਰਹੇ ਚੰਡੀਗੜ੍ਹ ਤੋਂ। ਤਾਂ ਜਦ ਵੀ ਕਲਾਸ ਲੈ ਕੇ ਵਾਪਿਸ ਆਉਂਦੇ ਸੀਗੇ, ਆਪਣੇ ਖੇਤਾਂ 'ਚ ਬੋਲਾਂ ਮਾਰਦੇ ਸੀ ਜਾਂ ਫਿਰ ਫਤਿਹਗੜ੍ਹ ਸਾਹਿਬ ਗਰਾਊਂਡ 'ਚ ਬੋਲਾਂ ਮਾਰਦੇ ਸੀਗੇ, ਕੋਈ ਵੀ ਖਾਲੀ ਗਰਾਊਂਡ 'ਚ। ਫਿਰ ਉਸ ਤੋਂ ਬਾਅਦ ਫਿਰ ਫੈਮਿਲੀ ਨੇ ਸੋਚਿਆ ਕਿ ਹੁਣ ਜੇ ਸੀਰੀਅਸ ਤਰੀਕੇ ਨਾਲ ਖੇਡ ਰਹੇ ਹਾਂ ਤਾਂ ਫਿਰ ਸ਼ਿਫਟ ਕਰ ਜਾਓ ਚੰਡੀਗੜ੍ਹ। ਅਤੇ ਅਸੀਂ ਫਿਰ 6th ਕਲਾਸ ਵਿੱਚ ਸ਼ਿਫਟ ਕਰ ਗਏ ਸੀ ਚੰਡੀਗੜ੍ਹ। ਅਤੇ ਫਿਰ ਚੰਡੀਗੜ੍ਹ ਅਸੀਂ ਰੈਗੂਲਰ ਫਿਰ ਕਲੱਬ ਦੇ ਮੈਂਬਰ ਬਣੇ। ਫਿਰ ਐਵਰੀਡੇ ਪ੍ਰੈਕਟਿਸ ਕਰਨ ਲੱਗ ਗਏ। ਸਾਨੂੰ ਚਿਪਿੰਗ, ਪਟਿੰਗ, ਗਰੀਨਸ 'ਤੇ ਐਵਰੀਡੇ ਪ੍ਰੈਕਟਿਸ ਹੋਣ ਲੱਗ ਗਈ, ਕਿਉਂਕਿ ਜਦ ਅਸੀਂ ਉਰੇ ਹੁੰਦੇ ਸਿਰਫ ਸਾਨੂੰ ਲੌਂਗ ਗੇਮ ਦੀ ਪ੍ਰੈਕਟਿਸ ਹੁੰਦੀ ਸੀ। ਫਿਰ ਸਾਰੇ ਉਹਦੇ ਜਿੰਨੇ ਵੀ ਗੋਲਫ 'ਚ ਚਿਪਿੰਗ, ਪਟਿੰਗ ਸਭ ਪ੍ਰੈਕਟਿਸ ਹੋਣ ਲੱਗ ਗਈ ਸੀਗੀ। ਅਤੇ ਇਸ ਗੇਮ ਦੇ ਲਈ ਕੋਈ ਖਾਸ ਟਾਈਮ ਹੁੰਦਾ ਹੈ ਟ੍ਰੇਨਿੰਗ ਦਾ? ਸਰ ਕਲੱਬ ਸਵੇਰੇ 4 o'clock ਖੁੱਲ੍ਹ ਜਾਂਦਾ ਹੈ ਅਤੇ ਸ਼ਾਮ ਨੂੰ 8 o'clock ਬੰਦ ਹੋ ਜਾਂਦਾ ਹੈ। ਉਹ ਡਿਊਰਿੰਗ ਟਾਈਮ ਵਿੱਚ ਹੀ ਤੁਸੀਂ ਆਪਣੀ ਪ੍ਰੈਕਟਿਸ ਕਰ ਸਕਦੇ ਹੋ ਜਦ ਮਰਜ਼ੀ ਆ ਕੇ, ਅਤੇ 18 ਹੋਲ ਵੀ ਖੇਡ ਸਕਦੇ ਹੋ। ਅਤੇ ਪੜ੍ਹਾਈ ਦੇ ਜੇ ਗੱਲ ਕਰ ਲਈ ਜਾਵੇ, ਪੜ੍ਹਾਈ ਤੋਂ ਫਿਰ ਟਾਈਮ ਨਿਕਲ ਸਕਦਾ ਸੀ? ਪੜ੍ਹਾਈ ਦੀ ਅਗਰ ਗੱਲ ਕਰ ਲਈਏ, ਪੜ੍ਹਾਈ ਦੇ ਵਿੱਚੋਂ ਟਾਈਮ ਕਿਵੇਂ ਕੱਢਦੇ ਰਹੇ ਹੋ? ਸਰ ਪਹਿਲਾਂ ਤਾਂ ਇੱਕ ਸਕੂਲ ਵਾਲੇ ਬਹੁਤ ਕੋਆਪਰੇਟਿਵ ਸੀ। ਉੱਥੇ ਜਾ ਕੇ ਚੰਡੀਗੜ੍ਹ ਜਾ ਕੇ ਰਾਇਨ ਇੰਟਰਨੈਸ਼ਨਲ ਸਕੂਲ ਚੰਡੀਗੜ੍ਹ 49 ਦੇ ਵਿੱਚ ਐਡਮਿਸ਼ਨ ਲਈ ਸੀ। ਅਤੇ ਉੱਥੇ ਜਾ ਕੇ ਉਹਨਾਂ ਨੇ ਸਾਡਾ ਸਪੈਸ਼ਲ ਗੇਟ ਪਾਸ ਬਣਾਇਆ ਸਪੋਰਟਸ ਲਈ, ਕਿ ਸ਼ਾਮ ਨੂੰ ਤੁਸੀਂ ਆਪਣੀ ਥੋੜ੍ਹਾ 8:25 'ਤੇ ਸਕੂਲ ਸ਼ੁਰੂ ਹੋ ਜਾਂਦਾ ਹੈ, ਸਾਨੂੰ 9:30, 40 ਤੱਕ ਲੇਟ ਕਮਿੰਗ ਉਹ ਹੁੰਦਾ ਸੀਗਾ, ਅਲਾਓ ਹੁੰਦਾ ਸੀ। ਤਾਂ ਅਸੀਂ ਪਹਿਲਾਂ ਤਾਂ 5 o'clock ਤੋਂ 8:30 ਤੱਕ ਪ੍ਰੈਕਟਿਸ ਕਰਦੇ ਸੀਗੇ ਸਵੇਰੇ। ਫਿਰ ਸਕੂਲ 2:45 ਤੋਂ ਛੁੱਟੀ ਔਫ ਹੋ ਜਾਂਦਾ ਸੀ। ਉਸ ਤੋਂ ਬਾਅਦ ਸਰ ਫਿਰ ਸ਼ਾਮ ਦੇ
7:30 ਤੱਕ ਸਰ ਈਵਨਿੰਗ ਦੇ ਪ੍ਰੈਕਟਿਸ ਕਰਨੀ, ਫਿਰ ਉਸ ਤੋਂ ਬਾਅਦ 10 o'clock ਤੱਕ ਸਟੱਡੀ ਕਰਕੇ ਸੋ ਜਾਂਦੇ ਸੀ ਸਰ। ਅੱਛਾ, ਬੜੀ ਮਤਲਬ ਮੁਸ਼ੱਕਤ ਕਰਨੀ ਪਈ ਹੈ, ਬਹੁਤ ਮਿਹਨਤ ਦਾ ਕੰਮ ਹੈ ਵੀ ਗੋਲਫ ਖੇਡਣਾ ਕੋਈ ਸੌਖਾ ਨਹੀਂਗਾ। ਮੈਂ ਇੱਕ ਵਾਰੀ ਫੇਰ ਬਰੇਸ਼ਵਰ ਨਹੀਂ ਆਉਣਾ। ਬਰੇਸ਼ਵਰ, ਜਦੋਂ ਟ੍ਰੇਨਿੰਗ ਸ਼ੁਰੂ ਹੋਈ ਆ, ਵੈਸੇ ਤਾਂ ਗੋਲਫ ਮੈਦਾਨ ਸਾਡੇ ਕੋਲੇ ਹੈ ਨਹੀਂ ਗੇ, ਹੈ ਨਾ, ਚੰਡੀਗੜ੍ਹ ਤੁਹਾਨੂੰ ਮੁਹੱਈਆ ਹੋਏ ਆ, ਤਾਂ ਗੋਲਫ ਮੈਦਾਨਾਂ ਦੇ ਵਿੱਚ ਇਕੱਲੇ ਚੰਡੀਗੜ੍ਹ 'ਚ ਕਿ ਹੋਰ ਜਗ੍ਹਾ ਵੀ ਜਾ ਕੇ ਟ੍ਰੇਨਿੰਗ ਲਈ ਹੈ? ਨਹੀਂ ਸਰ, ਸਟਾਰਟਿੰਗ ਵਿੱਚ ਇਕੱਲੇ ਚੰਡੀਗੜ੍ਹ 'ਚ ਟ੍ਰੇਨਿੰਗ ਲਿੱਤੀ ਸੀਗੀ, ਅਤੇ ਉਹ ਤੋਂ ਪਹਿਲਾਂ ਆਪਣੇ ਸਕੂਲ ਦੇ ਕੋਚ ਸੀਗੇ, ਉਹਨਾਂ ਨੇ ਥੋੜ੍ਹੇ ਬੇਸਿਕ ਸਿਖਾਏ। ਫਿਰ ਚੰਡੀਗੜ੍ਹ ਦੇ ਕੋਚ ਨੇ ਗੇਮ ਨੂੰ ਥੋੜ੍ਹਾ ਵੱਧ ਇੰਟਰੋਡਿਊਸ ਕੀਤਾ ਅਤੇ ਗੇਮ 'ਚ ਥੋੜ੍ਹੇ ਹੋਰ ਐਡਵਾਂਸ ਸਕਿੱਲ ਸਿਖਾਏ। ਅਤੇ ਉਹ ਤੋਂ ਬਾਅਦ ਸਰ ਫਿਰ ਅਸੀਂ ਦਿੱਲੀ ਗਏ ਸੀਗੇ ਕੋਚਿੰਗ ਲਈ, ਅਤੇ ਉੱਥੇ ਫਿਰ ਹੁਣ ਸਾਡੇ ਜਿਹੜੇ ਪ੍ਰੈਜ਼ੈਂਟ ਕੋਚ ਨੇ ਮਿਸਟਰ ਰੋਮਿਤ ਬੋਸ, ਹੁਣ ਸਾਡੇ ਦਿੱਲੀ ਨੇ, ਤਾਂ ਫਿਰ ਉੱਥੋਂ ਅਸੀਂ ਹੁਣ ਕਦੇ ਕਦੇ ਅਪ ਡਾਊਨ ਕਰਦੇ ਹਾਂ। ਜਦੋਂ ਵੀ ਸਾਨੂੰ ਕੋਈ ਗੇਮ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਉੱਥੇ ਜਾ ਕੇ ਅਪ ਐਂਡ ਡਾਊਨ ਕਰਕੇ ਉੱਥੇ ਆ ਕੇ ਕੋਚ ਨੂੰ ਦਿਖਾ ਕੇ ਸਵਿੰਗ ਟੈਕਨੀਕ ਸਭ ਕੁਛ ਦਿਖਾ ਕੇ ਕੋਚ ਸਾਨੂੰ ਦੱਸ ਦਿੰਦੇ ਆ। ਬਾਕੀ ਜਦੋਂ ਲੋਕਡਾਊਨ ਲੱਗਿਆ ਸੀ ਸਰ, ਉਦੋਂ ਵੀ ਸਾਡੇ ਜਿਹੜੇ ਕੋਚ ਨੇ ਉਹਨਾਂ ਨੇ ਸਾਡੇ ਨਾਲ ਔਨਲਾਈਨ ਕਲਾਸਿਸ ਕੀਤੀਆਂ, ਸਾਡੇ ਨਾਲ ਵੀਡੀਓ ਚੈਟਿੰਗ ਕੀਤੀ, ਤਾਂ ਸਾਡਾ ਉਦੋਂ ਵੀ ਪ੍ਰੋਸੈਸ ਚੱਲੀ ਗਿਆ। ਮੈਂ ਪੁੱਛਣਾ ਚਾਹੂੰਗਾ, ਜਿਵੇਂ ਹੁਣ ਸਾਡੇ ਕੋਲੇ ਕਿੱਟ ਮੈਂ ਦਰਸ਼ਕਾਂ ਨੂੰ ਦਿਖਾਉਣੀ ਚਾਹੁੰਦਾ ਆ ਕਿ ਗੋਲਫ ਕਿੱਟ ਆ, ਅਕਸਰ ਅਸੀਂ ਜਦੋਂ ਕਈ ਵਾਰੀ ਟੈਲੀਵਿਜ਼ਨ ਦੇ ਉੱਤੇ ਗੇਮ ਅਸੀਂ ਖੇਡਦੇ ਹੁਣ ਤੱਕ ਦੇਖਿਆ ਹੋਇਆ, ਗੋਲਫ ਕਿੱਟ ਸਾਡੇ ਕੋਲ ਪਈ ਹੋਈ ਆ। ਗੋਲਫ ਕਿੱਟ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਆ ਇਹਦੇ ਵਿੱਚ ਸਟਿੱਕਾਂ ਪਈਆਂ ਹੋਈਆਂ ਆ, ਕਾਫੀ ਸਾਜੋ ਸਮਾਨ ਆ। ਮੈਂ ਬਰੇਸ਼ਰ ਨੂੰ ਪੁੱਛੂੰਗਾ, ਬਰੇਸ਼ਰ ਇਸ ਬਾਰੇ ਸਾਰੇ ਦਰਸ਼ਕਾਂ ਨੂੰ ਵੀ ਜਾਣਕਾਰੀ ਦਿਓ ਵੀ ਆਖਰ ਇਹ ਕੀ ਕੁਛ ਹੈ ਅਤੇ ਕਦੋਂ ਕਿੰਨੇ ਕੁ ਦੀ ਇਹ ਕਿੱਟ ਆਉਂਦੀ ਹੈ, ਕਿੰਨੀ ਕੁ ਕੋਸਟਲੀ ਪੈਂਦੀ ਹੈ ਅਤੇ ਕੀ ਚੀਜ਼ ਹੁੰਦੀ ਹੈ ਇਹ? ਸਰ, ਇਹ ਕਿੱਟ ਦੇ ਵਿੱਚ 14 ਕਲੱਬਸ ਹੁੰਦੇ ਨੇ। ਜਿਹੜੀ ਕਿੱਟ ਨਾਲ ਸਰ ਅਸੀਂ ਖੇਡਦੇ ਹਾਂ, ਅਤੇ 14 ਕਲੱਬਸ ਹੀ ਤੁਹਾਨੂੰ ਟੂਰਨਾਮੈਂਟ ਵਿੱਚ ਅਲਾਓ ਹੁੰਦੇ ਨੇ। ਅਤੇ ਆਪਣਾ ਜੋ ਸਰ ਅਸੀਂ ਲੱਤੀ ਸਰ, ਅਸੀਂ ਜੋ ਸਟਾਰਟ ਕੀਤਾ ਸੀ ਸਰ, ਦੋਨਾਂ ਨੇ ਇੱਕ ਕਿੱਟ ਲੱਤੀ ਸੀਗੀ, ਅਤੇ ਉਦੋਂ ਸਰ ਸਾਡੀ ਕਿੱਟ ਸੀਗੀ, ਸਾਡੀ ਸਰ 4th ਹੈਂਡ ਕਿੱਟ ਸੀਗੀ ਉਹ, ਤਾਂ ਉਹ ਲੱਤੀ ਸਰ। ਫਿਰ ਉਹ ਤੋਂ ਬਾਅਦ ਸਰ ਜਦੋਂ ਥੋੜ੍ਹੀ ਜਿਹੀ ਸਰ ਗੇਮ ਨੂੰ ਥੋੜ੍ਹਾ ਇੰਜੋਏ ਕਰਨਾ ਸ਼ੁਰੂ ਕਰਤਾ ਅਤੇ ਥੋੜ੍ਹਾ ਸੀਰੀਅਸਲੀ ਲੈ ਲਈ, ਫਿਰ ਸਾਨੂੰ ਸਰ ਪੇਰੈਂਟਸ ਨੇ ਇੱਕ ਦੋਨਾਂ ਨੂੰ ਅਲੱਗ ਅਲੱਗ ਕਿੱਟ ਦਵਾ ਕੇ ਦਿੱਤੀ ਸੀਗੀ। ਉਹਦੇ ਵਿੱਚ ਸਰ 10 ਕਲੱਬ ਸੀਗੇ, ਕੰਪਲੀਟ ਕਿੱਟ ਨਹੀਂ ਸੀਗੀ ਸਰ ਉਹ। ਅਤੇ ਫਿਰ ਇਸ ਨਾਲ ਉਹਦੇ ਨਾਲ ਸਰ ਆਪਣਾ 2 years ਖੇਲੇ, ਅਤੇ ਉਹ ਤੋਂ ਬਾਅਦ ਸਰ ਫਿਰ ਅਸੀਂ ਕਿੱਟ ਆਹ ਵਾਲੀ ਕਿੱਟ ਲੱਤੀ। ਇਹ ਵਾਲੀ ਕਿੱਟ ਸਰ ਮੇਰੇ ਦਿੱਲੀ ਦੇ ਕੋਚ ਨੇ ਦਵਾਈ ਸੀਗੀ ਮੈਨੂੰ ਕਸਟਮਾਈਜ਼ ਕਰਾ ਕੇ, ਅਤੇ ਇਹਦੇ ਵਿੱਚ ਸਰ 14 ਕਲੱਬ ਸੀਗੇ, ਅਤੇ ਸਰ ਇਹਦੀ ਸਰ ਕੋਸਟ ਅਰਾਊਂਡ 1.5 ਲੱਖ ਪਈ ਸੀ ਸਰ। ਮੈਂ ਇੱਥੇ ਪੁੱਛਣਾ ਚਾਹੂੰਗਾ, ਇਸ ਬਾਰੇ ਦੱਸੋ ਸਾਰਾ ਸਾਡੇ ਦਰਸ਼ਕਾਂ ਨੂੰ ਵੀ ਇਹ ਕੀ ਕੁਛ ਹੈ, ਇਹਨਾਂ ਚੀਜ਼ਾਂ ਨੂੰ ਕੀ ਕੁਛ ਬੋਲਿਆ ਜਾਂਦਾ, ਇਹ ਕੀ ਹੈ? ਇੱਕ ਬਿੱਲਾ ਨਜ਼ਰ ਆ ਰਿਹਾ, ਤੁਹਾਨੂੰ ਹੈਰਾਨੀ ਹੋਊਗੀ। ਇਸ ਤੋਂ ਬਾਅਦ ਮੈਂ ਇੱਕ ਸਟਿੱਕ ਵੀ ਜਿਹੜੀ ਹੈ ਮੈਂ ਕੱਢ ਕੇ ਦਿਖਾ ਦਿਆਂ ਕਿ ਇਹ ਸਟਿੱਕ ਹੈ। ਇਸ ਸਟਿੱਕ ਦੇ ਨਾਲ ਜਿਹੜੀ ਆ ਗੋਲਫ ਦੀ ਜੋ ਗੇਂਦ ਹੁੰਦੀ ਆ, ਬਾਲ ਹੁੰਦੀ ਆ, ਉਹਨੂੰ ਮਾਰਿਆ ਜਾਂਦਾ। ਅੱਛਾ, ਇਸ ਬਾਰੇ ਪੂਰਾ ਦੱਸੋ, ਉਹ ਕਿਸ ਤਰੀਕੇ ਕੀਤਾ ਕੀ ਜਾਂਦਾ ਹੈਗਾ ਉਹਦੇ ਵਿੱਚ? ਸਰ ਅੱਜ ਤੁਸੀਂ ਜਿਹੜਾ ਹੁਣ ਕਲੱਬ ਕੱਢਿਆ ਸੀ ਇਹ 5N ਸੀਗਾ। ਇਹਦਾ ਸਰ ਹਰ ਇੱਕ ਆਇਰਨਸ ਦੇ ਸਰ ਅਲੱਗ-ਅਲੱਗ ਡਿਸਟੈਂਸ ਨੇ। ਜਿੰਨਾ ਸਰ ਛੋਟਾ ਨੰਬਰ ਹੋਊਗਾ ਆਇਰਨਸ ਦਾ, ਉਹਨਾਂ ਦਾ ਵੱਧ ਡਿਸਟੈਂਸ ਹੋਊਗਾ। ਅਤੇ ਸਭ ਤੋਂ ਸਰ ਛੋਟਾ ਆਇਰਨ ਹੁੰਦਾ 9N, ਉਹਦਾ ਸਭ ਤੋਂ ਘੱਟ ਡਿਸਟੈਂਸ ਆ। ਅਤੇ ਉਹ ਤੋਂ ਬਾਅਦ ਪਿਚਿੰਗ ਵੈਜ, ਸੈਂਡ ਵੈਜ, ਲੌਬ ਵੈਜ ਅਤੇ ਪਟਰ। ਅਤੇ ਸਰ ਜਿਹੜਾ ਆਹ ਸਰ ਡਰਾਈਵਰ ਆ, ਇਹ ਨਾਲ ਸਰ ਸਭ ਤੋਂ ਦੂਰ ਤੱਕ ਬਾਲ ਨੂੰ ਕਾਫੀ ਦੂਰ ਡਿਸਟੈਂਸ ਤੱਕ ਮਾਰਨਾ ਤਾਂ ਡਰਾਈਵਰ ਯੂਜ਼ ਕਰਦੇ ਹਾਂ। ਅਤੇ ਸਰ ਫਿਰ 3 ਵੁੱਡ ਆ ਜਾਂਦਾ। 3 ਵੁੱਡ ਨੂੰ ਵੀ ਸਰ ਡਰਾਈਵਰ ਤੋਂ 20-30 ਯਾਰਡ ਜੋ ਛੋਟੀ ਮਾਰਨਾ, ਉਦੋਂ ਸਰ 3 ਵੁੱਡ ਯੂਜ਼ ਕਰਦੇ ਹਾਂ। ਫਿਰ ਸਰ ਹਾਈਬ੍ਰਿਡ, ਰੈਸਕਿਊ, ਇਹ ਸਰ ਯੂਜ਼ ਕਰਦੇ ਹਾਂ। ਹਾਈਬ੍ਰਿਡ ਸਰ ਹਾਈਬ੍ਰਿਡ ਯੂਜ਼ ਕਰਦੇ ਹਾਂ ਸਰ। 3 ਵੁੱਡ ਸੀ ਅਤੇ ਸਰ ਡਰਾਈਵਰ ਆ ਸਰ। ਅਤੇ ਸਰ ਫਿਰ ਸਰ 2 ਅਤੇ 3 ਆਇਰਨਸ ਵੀ ਨੇ ਸਰ ਮੇਰੇ ਕੋਲ। ਅਤੇ ਆਹ ਸਰ ਐਜ਼ ਸਰ ਆਪਸ਼ਨਲ ਕਲੱਬ ਰੱਖੇ ਹੋਏ ਨੇ। ਆਹ ਸਰ ਉੱਥੇ ਯੂਜ਼ ਕਰਦੇ ਹਾਂ ਸਰ ਜਿੱਥੇ ਸਰ ਕੋਰਸ ਕਾਫੀ ਨੈਰੋ ਹੁੰਦੇ ਨੇ, ਆਲੇ ਦੁਆਲੇ ਸਰ ਆਬਸਟੇਕਲਸ ਜ਼ਿਆਦਾ ਹੁੰਦੇ ਹਨ, ਅਤੇ ਬਾਲ ਨੂੰ ਸੈਂਟਰ 'ਚ ਰੱਖਣ ਦੀ ਟਰਾਈ ਕਰਦੇ ਹਾਂ। ਅਤੇ ਆਹ ਸਾਰਾ ਹੈ ਸਰ ਇੱਕ ਕਿੱਟ ਵਿੱਚ। ਅੱਛਾ, ਮੈਂ ਆਹ ਪੁੱਛਣਾ ਚਾਹੂੰਗਾ, ਉਹ ਤਾਂ ਚਲੋ ਸਟਿੱਕਾਂ ਨੇ, ਇਹ ਇੰਨੀਆਂ ਕਿਉਂ ਹੁੰਦੀਆਂ ਅਤੇ ਫਿਰ ਆਹ ਜਿਹੜੀ ਚੀਜ਼ ਹੈ ਇਹ ਉਹਨਾਂ ਨਾਲ ਬਿਲਕੁਲ ਵੱਖਰੀ ਕਿਉਂ ਹੈ? ਸਰ 14 ਸਟਿਕਸ ਤਾਂ ਇਸ ਲਈ ਹੁੰਦੀਆਂ ਨੇ ਸਰ ਕਿਉਂਕਿ ਹਰ ਇੱਕ ਸਟਿਕ ਦਾ ਆਪਣਾ ਡਿਸਟੈਂਸ ਆ, ਆਪਣਾ ਯੂਜ਼ ਆ। ਜਿਹੜੀ ਸਰ ਆਹ ਸਟਿਕ ਆ, ਇਹਦਾ ਸਰ ਸਭ ਤੋਂ ਪਹਿਲਾਂ ਯੂਜ਼ ਹੁੰਦਾ ਸਰ ਆਹ ਵਾਲੀ ਸਟਿਕ ਦਾ, ਸਰ ਡਰਾਈਵਰ ਕਹਿੰਦੇ ਆਪਾਂ ਇਹਨੂੰ। ਜਿਵੇਂ ਸਰ ਇਹ ਸਰ ਬਾਲ ਨੂੰ ਸਰ ਸਭ ਤੋਂ ਦੂਰ ਤੱਕ ਮਾਰਨ ਦੇ ਲਈ ਕੰਮ ਆਉਂਦੀ ਹੈ ਸਰ। ਇਹਦੇ ਨਾਲ ਸਰ ਮੈਂ 290 ਡਰਾਈਵ ਕਰਦਾ, 290 ਯਾਰਡਸ। ਅਤੇ ਸਰ ਇਹਦੀ ਸਰ ਸ਼ਾਫਟ ਵੀ ਗ੍ਰੇਫਾਈਟ ਦੀ ਹੁੰਦੀ ਹੈ, ਜਿਵੇਂ ਬਾਕੀ ਸਰ ਅਦਰ ਕਲੱਬਸ ਦੀ ਸਟੀਲ ਦੀ ਸ਼ਾਫਟ ਹੁੰਦੀ ਹੈ, ਅਤੇ ਇਹਦੀ ਸ਼ਾਫਟ ਵੀ ਗ੍ਰੇਫਾਈਟ ਹੁੰਦੀ ਹੈ। ਅਤੇ ਸਰ ਇਹਦੇ ਲੌਂਗ 3 ਵੁੱਡ ਅਤੇ ਡਰਾਈਵਰ ਦੇ ਵਿੱਚ ਸਰ ਸੈਟਿੰਗਸ ਹੁੰਦੀਆਂ ਨੇ ਜਿਹਦੇ ਨਾਲ ਤੁਸੀਂ ਬਾਲ ਨੂੰ ਕੰਟਰੋਲ ਕਰਨ ਦੀ ਟਰਾਈ ਕਰ ਸਕਦੇ ਹੋ। ਹਾਂਜੀ ਸਰ।
ਤੇ ਇਹਦਾ ਸਰ ਬਸ ਲਾਈਕ ਯੂਜ਼ ਆ ਵੀ ਇਹਨੂੰ ਆਪਣਾ ਪਾਰ 4 ਤੇ ਪਾਰ 5 ਤੇ ਮਾਰੀਦਾ ਸਰ, ਤੇ ਕਦੇ ਕਦੇ ਸਰ ਪਾਰ 3 ਤੇ ਪੈ ਜਾਂਦਾ ਤੇ ਉੱਥੇ ਸਰ ਇਹਨੂੰ ਬਸ ਬਾਲ ਨੂੰ ਸਭ ਤੋਂ ਦੂਰ ਮੰਨ ਲਈ ਟਰਾਈ ਯੂਜ਼ ਹੁੰਦਾ ਸਰ ਇਹ ਕਲੱਬ। ਵੱਖੋ ਵਾਕਈ ਹੀ ਇਸ ਨੂੰ ਦੇਖ ਕੇ ਸਟਿੱਕਾਂ ਜਿਹੜੀਆਂ ਤੁਸੀਂ ਦੇਖੀਆਂ ਆ ਕਿੰਨੇ ਕਿਸਮ ਦੀਆਂ ਹੈਗੀਆਂ, ਵੱਖ-ਵੱਖ ਜਿਹੜੇ ਉਹਨਾਂ ਦੇ ਸਾਈਜ਼ ਨੇ, ਆਕਾਰ ਨੇ, ਵੱਖ-ਵੱਖ ਤਰ੍ਹਾਂ ਦੀਆਂ ਜਿਹੜੀ ਉਹ ਨਜ਼ਰ ਆ ਰਹੀਆਂ ਨੇ। ਤਾਂ ਜਿਸ ਤਰੀਕੇ ਗੋਲਫ ਨੂੰ ਅਸੀਂ ਖੇਡਦੇ ਹੈਗੇ ਆ ਤਾਂ ਕਿਸ ਤਰੀਕੇ ਇੱਕ ਨਿਸ਼ਾਨੇ ਦੇ ਉੱਪਰ ਜੋ ਆ ਬਾਲ ਜਿਹੜੀ ਆ ਉਹ ਰੱਖੀ ਜਾਂਦੀ ਆ, ਫਿਰ ਇਹਨਾਂ ਸਟਿੱਕਾਂ ਨਾਲ ਮਾਰ ਕੇ ਇੱਕ ਹੋਲ 'ਚ ਪਾਈ ਜਾਂਦੀ ਆ। ਇਸ ਬਾਰੇ ਮੈਂ ਫਿਰ ਇੱਕ ਵਾਰੀ ਛੋਟੇ ਵੀਰ ਬੰਨੀ ਆਉਣਾ ਆ, ਕਿਸ ਤਰੀਕੇ ਉਹਨੂੰ ਖੇਡਿਆ ਜਾਂਦਾ ਹੈ, ਕੀ ਉਹਦੇ ਪੁਆਇੰਟ ਹੁੰਦੇ ਆ, ਇਸ ਬਾਰੇ ਸਾਡੇ ਦਰਸ਼ਕ ਜਾਣਨਾ ਚਾਹਣਗੇ ਕਿਉਂਕਿ ਬਹੁਤੀ ਆਮ ਲੋਕਾਂ ਨੂੰ ਜਾਣਕਾਰੀ ਨਹੀਂ, ਇਸ ਬਾਰੇ ਜ਼ਰੂਰ ਦੱਸੋ। ਸਰ ਇਸ ਵਿੱਚ ਪਾਰ 4 ਪਾਰ 3 ਤੇ ਪਾਰ 5 ਹੁੰਦੇ ਨੇ, ਤੇ ਪਾਰ 4 ਨਾਰਮਲੀ ਜ਼ਿਆਦਾ ਹੁੰਦੇ ਨੇ, ਪਾਰ 5 'ਚ 4 ਹੋਲਸ ਹੁੰਦੇ ਨੇ, ਪਾਰ 3 'ਚ 4 ਹੋਲਸ ਹੁੰਦੇ ਨੇ, ਬਾਕੀ ਸਾਰੇ ਪਾਰ 3 ਪਾਰ 3 4 ਹੋਲਸ, ਪਾਰ 5 4 ਹੋਲਸ ਤੇ ਬਾਕੀ ਸਾਰੇ ਪਾਰ 4 ਹੁੰਦੇ ਨੇ। ਤੇ 18 ਹੋਲਸ ਦਾ ਟੂਰਨਾਮੈਂਟ ਹੁੰਦਾ ਹੈ, ਜਿਸ ਨੂੰ ਕੰਪਲੀਟ ਕਰਨ ਲਈ 5 to 430 ਆ ਤੇ 5 ਆਵਰਸ ਲੱਗ ਜਾਂਦੇ ਆ। ਤੇ ਸਰ ਇਹ ਆਪਾਂ ਸਟਾਰਟ ਕਰਦੇ ਹਾਂ, ਇੱਕ ਟੀ ਹੁੰਦੀ ਹੈ ਗੋਲਫ ਟੀ ਆਫ ਤੋਂ, ਇੱਕ ਟੀ ਆਫ ਬਣੀ ਹੁੰਦੀ ਹੈ ਜਿਸ ਤੋਂ ਆਪਾਂ ਸ਼ਾਟ ਮਾਰਨਾ ਹੁੰਦਾ ਹੈ, ਤੇ ਟੀ ਆਫ ਤੋਂ ਆਪਾਂ ਇੱਕ ਟੀ ਲਾਉਂਦੇ ਹਾਂ, ਉਹਦੇ ਪਰ ਬਾਲ ਰੱਖ ਕੇ ਸ਼ਾਟ ਮਾਰਦੇ ਹਾਂ। ਫਿਰ ਆਪਾਂ ਨੂੰ ਬਾਲ ਫੇਅਰ ਵਿੱਚ ਰੱਖਣੀ ਹੁੰਦੀ ਹੈ। ਫਿਰ ਅੱਛਾ, ਮੈਂ ਇੱਥੇ ਟੀ ਬਾਰੇ ਪੁੱਛੂ, ਉਹ ਟੀ ਪਹਿਲਾਂ ਜਿਹੜਾ ਹੁਣ ਗੋਲਫ ਮੈਦਾਨ ਹੈ ਉੱਥੇ ਘਾਹ ਹੁੰਦੀ ਆ, ਉਹਦੇ ਵਿੱਚ ਗੱਡਣੀ ਪੈਂਦੀ ਹੈ? ਹਾਂਜੀ, ਟੀ ਆਪਾਂ ਪਲੱਗ ਕਰਦੇ ਹਾਂ ਗਰਾਊਂਡ ਵਿੱਚ ਤੇ ਉਹਦੇ ਉੱਪਰ ਬਾਲ ਰੱਖਦੇ ਹਾਂ ਤਾਂ ਕਿ ਆਪਣੀ ਬਾਲ ਫਲਾਈਟ ਫੜ ਸਕੇ ਈਜ਼ੀਲੀ। ਸਿਰਫ ਆਪਾਂ ਫਸਟ ਸ਼ਾਟ 'ਚ ਹੀ ਟੀ ਲਾ ਸਕਦੇ ਹਾਂ, ਹੋਰ ਕਿਸੇ ਸ਼ਾਟ 'ਚ ਟੀ ਨਹੀਂ ਲਾ ਸਕਦੇ। ਉਸ ਤੋਂ ਬਾਅਦ ਆਪਾਂ ਫੇਅਰ ਵਿੱਚ ਮੈਨੇਜ ਕਰਨੀ ਹੁੰਦੀ ਹੈ ਬਾਲ, ਵਿੰਡ ਫੈਕਟਰ ਦੇਖਣੇ ਹੁੰਦੇ ਆ, ਜੇ ਰਾਈਟ ਟੂ ਲੈਫਟ ਵਿੰਡ ਆ ਤਾਂ ਬਾਲ ਫੇਰ ਡਰਾ ਹੋਊਗੀ, ਜੇ ਲੈਫਟ ਟੂ ਰਾਈਟ ਆ ਤਾਂ ਫੇਡ ਹੋਊਗੀ, ਤੇ ਹੈਡ ਵਿੰਡ ਆ ਮਤਲਬ ਕਿ ਅੱਗੇ ਤੋਂ ਹਵਾ ਹੈ ਤਾਂ ਬਾਲ ਛੋਟੀ ਜਾਊਗੀ, ਆਪਣੇ ਫੇਵਰ 'ਚ ਵਿੰਡ ਆ ਪਿੱਛੋਂ ਹਵਾ ਹੈ ਤਾਂ ਬਾਲ ਤੇਜ਼ ਜਾਂਦੀ ਹੈ, ਲੰਬੀ ਜਾਂਦੀ ਹੈ ਡਿਸਟੈਂਸ। ਤੇ ਸਰ ਫੇਅਰਵੇ ਦੇ ਸਾਈਡ 'ਤੇ ਰਫ ਹੁੰਦੀ ਆ, ਜਾਂ ਫਿਰ ਓਬੀ ਹੁੰਦੀ ਆ, ਆਊਟ ਆਫ ਬਾਉਂਡ ਹੁੰਦਾ, ਮਤਲਬ ਕਿ ਕਲੱਬ ਦਾ ਏਰੀਆ ਨਹੀਂ ਹੁੰਦਾ, ਆਊਟਸਾਈਡ ਏਰੀਆ ਹੁੰਦਾ। ਜੇ ਆਪਾਂ ਬੈਡ ਸ਼ਾਟ ਮਾਰਦੇ ਹਾਂ ਤਾਂ ਫਿਰ ਉਹ ਆਊਟ ਆਫ ਬਾਉਂਡ ਚਲੇ ਜਾਂਦੀ ਹੈ, ਅਤੇ ਜਦ ਆਊਟ ਆਫ ਬਾਉਂਡ ਜਾਂਦੀ ਹੈ ਫਿਰ ਆਪਾਂ 2 ਸ਼ਾਟ ਐਕਸਟਰਾ ਲੱਗਦੇ ਨੇ। ਅਤੇ ਇਹਦੇ ਵਿੱਚ ਆਪਾਂ ਨੇ ਘੱਟ ਤੋਂ ਘੱਟ ਜੇ ਪਾਰ 4 ਆ ਤਾਂ 4 ਸ਼ਾਟਸ ਦੇ ਵਿੱਚ ਹੀ ਹੋਲ 'ਚ ਪਾਉਣੀ ਹੈ ਬਾਲ, ਜੇ 3 'ਚ ਪਾ ਦੇ ਤਾਂ ਗੁੱਡ ਆ, ਅਤੇ ਜੇ 5 'ਚ ਪਾ ਦੋ 5 ਸ਼ਾਟਸ ਕੰਪਲੀਟ ਕਰੋ ਤਾਂ ਬੈਡ, 6 ਹੋਰ ਬੈਡ ਹੋ ਜਾਂਦਾ ਹੈ। ਫਿਰ 7 'ਤੇ ਟ੍ਰਿਪਲ ਬੁੱਗੀ, ਫਿਰ ਕੌੜ ਆਏ ਸਰ ਨੰਬਰ ਵਧੀਆ ਆਉਂਦੇ ਨੇ। ਅਤੇ ਜੇ ਤੁਸੀਂ ਓਬੀ ਜਾਂ ਵਾਟਰ ਹੈਜ਼ਰਡ ਮਾਰਦੇ ਹੋ, ਵਾਟਰ ਵੀ ਹੁੰਦਾ ਹੈ ਤਾਂ ਉਹਦੇ 1 ਸ਼ਾਟ ਐਡ ਹੁੰਦੇ ਆ, ਓਬੀ ਦੇ 2 ਸ਼ਾਟ ਹੈ, ਵਾਟਰ ਹੈਜ਼ਰਡ ਦੇ 1 ਸ਼ਾਟ ਐਡ ਹੁੰਦਾ ਹੈ। ਬਿਸਵਾਸ ਮੈਨੂੰ ਐਂ ਦੱਸੋ, ਇਹ ਜਦੋਂ ਵੀ ਇੱਕ ਗੋਲਫ ਗਰਾਊਂਡ ਦੇ ਵਿੱਚ ਖੇਡਦੇ ਆ ਖਿਡਾਰੀ, ਆਮ ਤੌਰ 'ਤੇ ਬਾਕੀ ਟੂਰਨਾਮੈਂਟਾਂ ਤਰ੍ਹਾਂ ਜਿਵੇਂ ਕ੍ਰਿਕਟ ਦੇ ਬੰਨੇ ਹੁੰਦੇ ਆ, ਹਾਕੀ ਦੇ ਬੰਨੇ ਹੁੰਦੇ ਵੀ ਇੰਨੇ ਖਿਡਾਰੀ ਹੋਣੇ ਚਾਹੀਦੇ, ਇਹਦੇ ਵਿੱਚ ਕਿੰਨੇ ਖਿਡਾਰੀ ਹੁੰਦੇ ਆ? ਇਹਦੇ ਵਿੱਚ ਸਰ ਜਿੰਨਿਆਂ ਦੀ ਐਂਟਰੀ ਹੁੰਦੀ ਹੈ ਸਰ, ਜਿਹੜੇ ਨੈਸ਼ਨਲ ਕੁਆਲੀਫਾਇਰ ਪਹਿਲਾਂ ਜ਼ੋਨਲ ਹੁੰਦਾ ਹੈ ਸਰ, ਜ਼ੋਨਲ ਤੋਂ ਐਵਰੀ ਈਅਰ 6 ਈਚ ਜ਼ੋਨ ਤੋਂ ਕੁਆਲੀਫਾਈ 6 ਈਚ ਜ਼ੋਨ ਤੋਂ ਨੈਸ਼ਨਲ ਕੁਆਲੀਫਾਇਰ ਜਾਂਦੇ ਨੇ, ਅਤੇ ਉਹਦੇ ਵਿੱਚੋਂ ਟੌਪ 10 ਕੁਆਲੀਫਾਈ ਹੋ ਕੇ ਨੈਸ਼ਨਲ ਵਿੱਚ ਜਾਂਦੇ ਨੇ। ਅਤੇ ਨੈਸ਼ਨਲ ਦੇ ਪੁਰਾਣੇ ਪਲੇਅਰ ਵੀ ਹੁੰਦੇ ਨੇ, ਅਤੇ ਐਵਰੀ ਈਅਰ 10 ਪਲੇਅਰ ਐਡ ਹੁੰਦੇ ਨੇ ਨੈਸ਼ਨਲ 'ਚ, ਅਤੇ ਇਹ ਜੂਨੀਅਰ ਵਿੱਚ ਨੈਸ਼ਨਲ 'ਚ ਐਡ ਹੁੰਦੇ ਆ, ਅਤੇ ਐਮੇਚਰ ਵਿੱਚ ਇਹੀ ਸਰਕਟ ਟੌਪ 10 ਦੇ ਨੈਸ਼ਨਲ, ਅਤੇ ਉਹ ਤੋਂ ਬਾਅਦ ਇੱਕ ਐਮੇਚਰ ਕੁਆਲੀਫਾਇਰ ਹੁੰਦਾ ਜਿਸ ਵਿੱਚ ਟੌਪ 25 ਐਵਰੀ ਟਵਾਈਸ ਅ ਈਅਰ ਹੁੰਦਾ ਉਹ ਟੂਰਨਾਮੈਂਟ, ਉਹਦੇ ਵਿੱਚੋਂ ਐਵਰੀ 50 ਪਲੇਅਰ ਐਵਰੀ ਈਅਰ ਐਡ ਹੋ ਜਾਂਦੇ ਆ, ਅਤੇ 200 150 ਫੀਲਡ ਘੱਟ ਦੀ ਵੱਧਦੀ ਰਹਿੰਦੀ ਹੈ ਸਰ, ਪਰ ਅਬਵ 100 ਰਹਿੰਦੀ ਆ। ਇੱਕ ਵਾਰੀ ਮੈਂ ਫਿਰ ਬਰੇਸ਼ਵਰ ਬੰਨੀ ਆਉਣਾ। ਬਰੇਸ਼ਵਰ, ਟੂਰਨਾਮੈਂਟ ਕਿੰਨੇ ਕੁ ਖੇਡੇ ਹੁਣ ਤੱਕ ਤੁਸੀਂ? ਹੁਣ ਤੱਕ ਸਰ ਅਬਵ 100 ਟੂਰਨਾਮੈਂਟਸ ਖੇਡ ਲਏ ਸਰ, ਅਤੇ ਸਰ ਉਹਦੇ ਵਿੱਚ ਸਰ ਨੈਸ਼ਨਲ, ਇੰਟਰਨੈਸ਼ਨਲ, ਸਰ ਜ਼ੋਨਲ, ਅਤੇ ਸਰ ਸਾਰੇ ਟਾਈਪਸ ਦੇ ਸਰ ਟੂਰਨਾਮੈਂਟ ਖੇਲੇ ਹਾਂ ਸਰ, ਐਮੇਚਰ ਟੂਰਨਾਮੈਂਟਸ, ਜੂਨੀਅਰ ਟੂਰਨਾਮੈਂਟਸ ਖੇਲੇ ਹਾਂ। ਪੰਜਾਬ ਦੇ ਵਿੱਚ ਕਿੱਥੇ ਕਿੱਥੇ ਇਹ ਹੱਬ ਬਣੀ ਹੋਈ ਆ ਗੋਲਫ ਦੀ, ਜਾਂ ਜਿਹੜੇ ਮੈਦਾਨਾਂ ਦੀ ਆਪਾਂ ਗੱਲ ਕਰ ਲਈ ਜਾਵੇ ਉਹ ਵੀ ਸਾਡੇ ਦਰਸ਼ਕ ਜਾਣਨਾ ਚਾਹਣਗੇ? ਸਰ ਪੰਜਾਬ ਦੇ ਵਿੱਚ ਫਲੋਰ, ਆਪਣੇ ਪਟਿਆਲੇ ਵੀ ਹੈ ਇੱਕ, ਫਲੋਰ ਪਟਿਆਲੇ ਸਰ, ਲੁਧਿਆਣੇ ਅਤੇ ਕਪੂਰਥਲੇ ਸਰ। ਅਤੇ ਮੋਹਾਲੀ 'ਚ ਇਹ ਪਿੱਚ ਬਣੀ ਹੋਈ ਹੈ ਜਾਂ ਚੰਡੀਗੜ੍ਹ ਖਾਸ ਬਣੀ ਹੋਈ ਹੈ? ਮੋਹਾਲੀ ਵਿੱਚ ਹੈਗੀ ਆ ਸਰ, ਮੋਹਾਲੀ ਵਿੱਚ ਇੱਕ ਰੇਂਜ ਆ ਸਰ, ਪ੍ਰੋਪਰ ਗੋਲਫ ਕੋਰਸ ਨਹੀਂ ਹੈਗਾ ਉਹ, ਇੱਕ ਰੇਂਜ ਆ ਸਰ ਜਿੱਥੇ ਤੁਸੀਂ ਬਸ ਖੜ੍ਹ ਕੇ ਇਕੱਲੀ ਪ੍ਰੈਕਟਿਸ ਕਰ ਸਕਦੇ ਹੋ, ਪ੍ਰੋਪਰ ਸਰ ਕੋਰਸ ਨਹੀਂ ਖੇਡ ਸਕਦੇ। ਪਰ ਆਪਣੇ ਬਾਕੀ ਸਰ ਜਗ੍ਹਾ 'ਤੇ ਕੋਰਸ ਨੇ, ਅਤੇ ਮੇਨ ਕੋਰਸ ਸਰ ਚੰਡੀਗੜ੍ਹ ਦੇ ਵਿੱਚ ਹੀ ਨੇ। ਤੋ ਇਹਦਾ ਜਿਹੜਾ ਮੈਦਾਨ ਹੁੰਦਾ ਹੈ, ਇਹਨੂੰ ਮੈਦਾਨ ਤਾਂ ਨਹੀਂ ਕਹਿ ਸਕਦੇ, ਉੱਚਾ ਨੀਵਾਂ ਹੁੰਦਾ ਹੈਗਾ, ਯਾਨੀ ਢਲਾਨ ਬਣੀ ਹੋਈ ਆ, ਫਿਰ ਉੱਚਾ ਆ ਗਿਆ, ਫਿਰ ਨੀਵਾਂ ਆ ਗਿਆ, ਉਹਨੂੰ ਖਾਸ ਤਰੀਕੇ ਬਣਾਉਣਾ ਪੈਂਦਾ? ਹਾਂਜੀ ਸਰ, ਉਹ ਸਰ ਸਲੋਪਸ ਨੇ ਜਿਹੜੀਆਂ ਉਹ ਸਪੈਸ਼ਲੀ ਬਣਾਉਂਦੇ ਨੇ ਵੀ ਉਹ ਥੋੜ੍ਹਾ ਡਿਫੀਕਲਟ ਕਰ ਸਕੀਏ ਪਲੇਅਰਸ ਦੇ ਲਈ, ਉਹਨਾਂ ਨੂੰ ਥੋੜ੍ਹਾ ਜੋ ਬਾਲ
ਅਪਹਿਲ 'ਤੇ ਆ ਗਈ, ਡਾਊਨਹਿਲ 'ਤੇ ਆ ਗਈ ਤਾਂ ਉਹਨਾਂ ਨੂੰ ਸਟੈਂਡਿੰਗ ਦੇ ਵਿੱਚ ਪ੍ਰੋਬਲਮ ਆਊਗੀ, ਤਾਂ ਸ਼ਾਰਟ ਮਾਰਨ ਦੇ ਵਿੱਚ ਵੀ ਓਬਵੀਅਸਲੀ ਪ੍ਰੋਬਲਮ ਆਊਗੀ। ਤਾਂ ਫਿਰ ਉਹਦੇ ਹਿਸਾਬ ਨਾਲ ਉਹ ਕੋਰਸ ਨੂੰ ਡਿਫਿਕਲਟ ਕਰ ਦਿੰਦੇ ਆ। ਅਤੇ ਮੇਨ ਸਲੋਪਸ ਹੁੰਦੀਆਂ ਨੇ ਗਰੀਨ ਦੇ ਉੱਤੇ, ਜਦੋਂ ਅਸੀਂ ਹੋਲ ਦੇ ਬਹੁਤ ਜ਼ਿਆਦਾ ਨੇੜੇ ਆ ਜਾਂਦੇ ਹਾਂ, ਅਸੀਂ ਹੋਲ ਦੇ 10-12 ਯਾਰਡ ਦੇ ਵਿੱਚ ਆ ਜਾਂਦੇ ਹਾਂ। ਉੱਥੋਂ ਸਰ ਕਾਫੀ ਸਲੋਪ ਰੀਡਿੰਗ ਟਫ ਹੋ ਜਾਂਦੀ ਹੈ, ਕਿਉਂਕਿ ਉਦੋਂ ਸਰ ਬਾਲ ਨੂੰ ਪਟ ਕਰਨਾ ਹੁੰਦਾ, ਬਾਲ ਨੂੰ ਫਲਾਈਟ ਤੁਸੀਂ ਉਦੋਂ ਦੇ ਨਹੀਂ ਸਕਦੇ, ਤਾਂ ਪਟ ਕਰਕੇ ਤੁਹਾਨੂੰ ਸਲੋਪ ਦੀ ਰੀਡਿੰਗ ਕਰਨੀ ਪੈਂਦੀ ਹੈ, ਗ੍ਰੇਨ ਰੀਡਿੰਗ ਕਰਨੀ ਪੈਂਦੀ ਵੀ ਗ੍ਰੀਨ ਦੀ ਕਟਿੰਗ ਜਿਹੜੀ ਹੋਈ ਹੈ ਉਹ ਕਿਹੜੀ ਸਾਈਡ ਨੂੰ ਹੋਈ ਹੋਈ ਹੈ। ਆਹ ਸਾਰੀਆਂ ਸਰ ਚੀਜ਼ਾਂ ਦਾ ਧਿਆਨ ਰੱਖ ਕੇ ਫਿਰ ਬਣਾਉਂਦੇ ਨੇ ਗੋਲਫ ਕੋਰਸ ਨੂੰ। ਤੇ ਇੱਕ ਸਵਾਲ ਮੇਰਾ ਇਹ ਵੀ ਹੈ ਕਿ ਕਿੰਨੇ ਖਿਡਾਰੀ ਸ਼ਾਮਲ ਹੋ ਸਕਦੇ ਇੱਕੋ ਟਾਈਮ ਦੇ ਵਿੱਚ, ਤੇ ਫਿਰ ਜਿਹੜੀ ਨੰਬਰਿੰਗ ਆ ਉਹ ਕੀ ਹੁੰਦੀ ਹੈ, ਯਾਨੀ ਕਿੰਨੇ ਨੰਬਰਾਂ ਦਾ ਖਿਡਾਰੀ ਆ ਉਹ ਜੇਤੂ ਲਾਣਿਆ ਜਾਂਦਾ ਹੈ? ਸਰ ਜੇ ਆਪਾਂ ਸਰ ਗੱਲ ਕਰੀਏ ਵੀ ਕਿੰਨੇ ਖਿਡਾਰੀ ਇਕੱਠੇ ਖੇਡ ਸਕਦੇ ਨੇ, ਤਾਂ ਸਰ 4 ਬਾਲ ਬਣਦੇ ਨੇ ਇਹਦੇ ਵਿੱਚ, 4 ਬਾਲ 3 ਬਾਲ। ਤਾਂ ਸਰ ਮੈਂ 3 ਜਣਿਆਂ ਨਾਲ ਖੇਡਣਾ ਹੋਰ ਮੇਰੀ ਇੰਕਲੂਡਿੰਗ, ਤਾਂ ਸਰ ਉਹ ਹੋ ਗਿਆ 3 ਬਾਲ। ਅਤੇ ਮੈਂ ਅਤੇ ਮੇਰੇ ਹੋਰ 3 ਸਾਥੀ ਅਸੀਂ 4 ਜਣੇ ਹੋ ਗਏ, ਤਾਂ ਹੋ ਗਿਆ ਸਰ 4 ਬਾਲ। ਤਾਂ ਇੱਕ ਟਾਈਮ 'ਤੇ ਤੁਸੀਂ 3 ਬਾਲ ਜਾਂ 4 ਬਾਲ ਹੀ ਜਾ ਸਕਦੇ ਹੋ ਕੋਰਸ ਉੱਤੇ, ਅਤੇ ਤੁਹਾਡੇ ਪਿੱਛੇ ਹੋਣਗੇ ਫਿਰ 4 ਬਾਲ 3 ਬਾਲ। ਤਾਂ ਐਵੇਂ ਟਾਈਮਿੰਗ ਦੇ ਹਿਸਾਬ ਨਾਲ ਇਹਨਾਂ ਨੇ ਸੈੱਟ ਕੀਤਾ ਹੁੰਦਾ। ਕਿੰਨੇ ਨੰਬਰਿੰਗ ਦੇ ਉੱਤੇ, ਮੇਰਾ ਦੂਜਾ ਸਵਾਲ ਇਹ ਸੀ ਵੀ ਕਿੰਨੇ ਨੰਬਰਾਂ ਦੇ ਉੱਤੇ ਜੋ ਹੈ ਉਹ ਖਿਡਾਰੀ ਜਿਹੜਾ ਹੈ ਜਿੱਤ ਪ੍ਰਾਪਤ ਕਰਦਾ ਹੈ? ਕੋਰਸ ਦਾ ਸਰ ਟੋਟਲ ਜਿਹੜਾ ਸਕੋਰ ਹੁੰਦਾ ਸਰ 72 ਪਾਰ ਹੁੰਦਾ। ਅਤੇ ਸਰ ਜਿੰਨਾ ਪਲੇਅਰ ਇਹ ਤੋਂ 72 ਤੋਂ ਘੱਟ ਖੇਲੇ ਉਹ ਸਭ ਬੈਸਟ ਮਤਲਬ ਮੰਨਿਆ ਜਾਂਦਾ। ਤਾਂ ਸਰ ਕਦੇ ਕਦੇ ਸਰ ਉਹ ਤੋਂ ਉੱਪਰ ਵੀ ਚਲੇ ਜਾਂਦੇ ਨੇ। ਤਾਂ ਸਰ ਜਦੋਂ ਫੀਲਡ ਦੇ ਆਪਾਂ ਹਿਸਾਬ ਨਾਲ ਚੈੱਕ ਕਰੀਏ ਤਾਂ ਸਰ ਕਦੇ ਕਦੇ 72 ਤੋਂ ਥੱਲੇ ਵੀ ਸਰ ਆ ਜਾਂਦੀ ਹੈ ਸਕੋਰਿੰਗ, 72 ਤੋਂ ਉੱਪਰ ਵੀ ਚਲੀ ਜਾਂਦੀ ਹੈ, ਕਦੇ ਕਦੇ 72 'ਤੇ ਵੀ ਆ ਜਾਂਦੀ ਹੈ। ਤਾਂ ਸਕੋਰ ਦੀ ਜਿਹੜੀ ਜਿੱਤਣ ਦੀ ਉਹ ਵੇਰੀਏਸ਼ਨ ਉਹ ਹੁੰਦੀ ਰਹਿੰਦੀ ਹੈ, ਅਪ ਐਂਡ ਡਾਊਨ ਹੁੰਦੀ ਰਹਿੰਦੀ ਹੈ 72 'ਤੇ। ਹੁਣ ਦੋਹਾਂ ਭਰਾਵਾਂ ਦੀ ਸਟੱਡੀ ਚੱਲ ਰਹੀ ਹੈ, ਸਟੱਡੀ ਦੇ ਨਾਲ ਨਾਲ ਤੁਸੀਂ ਕਰ ਰਹੇ ਹੋ, ਅਗਾਂਹ ਮਿਸ਼ਨ ਕੀ ਹੈ ਕਿ ਇਸੇ ਗੇਮ 'ਚ ਹੀ ਅੱਗੇ ਜਾਣਾ ਚਾਹੁੰਦੇ ਹੋ, ਜਾਂ ਫਿਰ ਆਮ ਜਿਵੇਂ ਲੋਕ ਸੋਚਦੇ ਆ ਕਿ ਮੈਂ ਅਫਸਰ ਬਣੂੰਗਾ ਜਾਂ ਕੁਝ ਹੋਰ ਕਰੂੰਗਾ, ਕੀ ਸੋਚਿਆ ਹੋਇਆ? ਸਰ ਇਸੀ ਗੇਮ ਸਰ ਅੱਗੇ ਜਾਣਾ ਹੈ, ਇਸੀ ਗੇਮ ਸਰ ਹਲੇ ਐਮੇਚਰ ਹਾਂ ਸਰ, ਫਿਰ ਪ੍ਰੋ ਟਰਨ ਕਰਾਂਗੇ, ਫਿਰ ਸਰ ਏਸ਼ੀਅਨ ਟੂਰ, ਫਿਰ ਇੰਡੀਅਨ ਆਪਣਾ ਯੂਰੋਪੀਅਨ ਟੂਰ ਸਰ, ਫਿਰ ਯੂਰੋਪੀਅਨ ਟੂਰ ਤੋਂ ਬਾਅਦ ਸਰ ਜਿਹੜਾ ਗੇਮ ਦਾ ਸਭ ਤੋਂ ਉੱਪਰਲਾ ਲੈਵਲ ਹੈ ਸਰ PGA ਟੂਰ, ਉੱਥੇ ਆ ਕੇ ਸਰ ਖੇਲਣਾ, ਉੱਥੇ ਸਰ ਵਧੀਆ ਪਰਫੋਰਮ ਕਰਨਾ। ਉੱਥੇ ਸਰ ਇੰਸਪੀਰੇਸ਼ਨ ਹੈ ਸਰ ਟਾਈਗਰ ਵੁੱਡ, ਉਹਦੇ ਵਿਕਟਰੀਜ਼, ਉਹਦੀਆਂ ਮੇਜਰ ਵਿਕਟਰੀਜ਼ ਨੂੰ ਬੀਟ ਕਰਨਾ ਹੈ ਸਰ ਡਰੀਮ। ਚਲੋ ਬਹੁਤ ਵਧੀਆ, ਸਗੋਂ ਇਹ ਗੱਲ ਆ ਕਿ ਬੰਦੇ ਦੀ ਸੋਚ ਹੋਣੀ ਚਾਹੀਦੀ ਹੈ। ਸਮਾਦ ਮੈਂ ਇੱਕ ਵਾਰੀ ਫਿਰ ਤੇਰੇ ਨਹੀਂ ਆਉਣਾ ਆ। ਆਮ ਤੌਰ ਦੇ ਉੱਤੇ ਜਦੋਂ ਤੁਸੀਂ ਦੋਹੇ ਭਰਾ ਖੇਡਦੇ ਹੋ ਬਹੁਤ ਸਾਰੇ ਲੋਕਾਂ ਨਾਲ ਵਾਹ ਵਾਸਤਾ ਪੈਂਦਾ ਆ, ਉੱਥੇ ਵੀ ਜਦੋਂ ਗੋਲਫ ਕਲੱਬ ਜਾਂ ਗੋਲਫ ਮੈਦਾਨ 'ਚ ਤੁਸੀਂ ਖੇਡਦੇ ਹੋ ਅਤੇ ਉਹਨਾਂ ਨੂੰ ਪਤਾ ਲੱਗਦਾ ਹੋਣਾ ਵੀ ਤੁਸੀਂ ਇੱਕ ਪੰਜਾਬ ਦੇ ਪਿੰਡ ਤੋਂ ਆ ਕੇ ਇੱਥੇ ਖੇਡ ਰਹੇ ਹੋ, ਕੀ ਮਹਿਸੂਸ ਹੁੰਦਾ ਹੈ ਉਸ ਵੇਲੇ, ਕੀ ਗੱਲਾਂ ਕਰਦੇ ਲੋਕ? ਸਰ ਯੂਜ਼ਲੀ ਸਰ ਜਦ ਅਸੀਂ ਖੇਡਦੇ ਹਾਂ ਚੰਡੀਗੜ੍ਹ, ਜੋ ਨੈਸ਼ਨਲ ਮੈਚ ਖੇਡਦੇ ਹਾਂ ਚੰਡੀਗੜ੍ਹ ਦਾ ਉਹ ਲੱਗ ਸਾਡੇ ਪਿੱਛੇ ਚੰਡੀਗੜ੍ਹ ਦਾ ਲੱਗਦਾ, ਕਿਉਂਕਿ ਅਸੀਂ ਚੰਡੀਗੜ੍ਹ ਦੇ ਮੈਂਬਰ ਹਾਂ CGC ਗੋਲਫ ਕਲੱਬ ਦੇ। ਅਤੇ ਫਿਰ ਉੱਥੇ ਸਭ ਨੂੰ ਲੱਗਦਾ ਹੈ ਕਿ ਇਹ ਚੰਡੀਗੜ੍ਹ ਦੇ ਲੋਕਲ ਰੈਜ਼ੀਡੈਂਸ ਆ, ਪਰ ਜਿਹੜੇ ਸਾਡੇ ਬੈਸਟ ਫਰੈਂਡ ਨੇ ਜਾਂ ਕਈ ਪੰਜਾਬ ਦੇ ਪਲੇਅਰ ਨੇ ਜਾਂ ਕਈ ਦਿੱਲੀ ਦੇ ਪਲੇਅਰ ਨੇ, ਉਹਨਾਂ ਨੂੰ ਪਤਾ ਹੈ ਕਿ ਅਸੀਂ ਬੈਕ ਸਾਈਡ ਫਤਿਹਗੜ੍ਹ ਸਾਹਿਬ ਤੋਂ ਹਾਂ। ਸਾਰਿਆਂ ਨੂੰ ਨਹੀਂ ਪਤਾ ਕਿ ਅਸੀਂ ਫਤਿਹਗੜ੍ਹ ਸਾਹਿਬ ਤੋਂ ਹਾਂ। ਕਈ ਬੈਸਟ ਫਰੈਂਡ ਜਾਂ ਜਿਹੜੇ ਬਹੁਤ ਕਰੀਬੀ ਫਰੈਂਡ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਸੀ ਗੇਮ। ਪਤਾ ਲੱਗਿਆ ਸੀਗਾ ਕਿ ਘਰੇ ਮਦਰ ਵੱਲੋਂ ਬੜੀ ਸਪੋਰਟ ਮਿਲਦੀ ਰਹੀ ਹੈ, ਮਦਰ ਕਿਸ ਤਰੀਕੇ ਨਾਲ ਜਾਂਦੇ ਰਹੇ ਆ, ਤੁਹਾਨੂੰ ਇਸ ਬਾਰੇ ਜ਼ਰੂਰ ਦੱਸੋ। ਸਰ ਜਦ ਅਸੀਂ DPS ਤੋਂ ਖੰਨੇ ਪੜ੍ਹਦੇ ਹੁੰਦੇ ਸੀਗੇ, ਦਿੱਲੀ ਪਬਲਿਕ ਸਕੂਲ ਖੰਨੇ 'ਚ, ਜਦ ਮੰਮਾ ਸਾਨੂੰ ਉਰੇ ਤੋਂ ਪਿਕ ਕਰਦੇ ਸੀਗੇ ਸਕੂਲ ਤੋਂ, ਸਰਹੰਦ ਬੈਨ ਸਾਨੂੰ ਡਰੋਪ ਕਰ ਦਿੰਦੀ ਸੀਗੀ, ਉੱਥੇ ਮੰਮਾ ਹੁੰਦੇ ਸੀਗੇ, ਪਹਿਲਾਂ ਹੀ ਆਏ ਹੁੰਦੇ ਸੀਗੇ। ਉੱਥੋਂ ਮੰਮਾ ਨੇ ਸਾਨੂੰ ਪਿਕ ਕਰਕੇ ਚੰਡੀਗੜ੍ਹ ਲੈ ਕੇ ਜਾਂਦੇ ਸੀਗੇ ਐਵਰੀ ਡੇ ਪ੍ਰੈਕਟਿਸ ਕਰਨ ਲਈ। ਫਿਰ ਉੱਥੋਂ ਸਾਨੂੰ 9 o'clock ਹੋ ਜਾਂਦੇ ਸੀਗੇ ਵਾਪਿਸ ਆਉਂਦੇ ਨੂੰ। ਅਤੇ ਐਵਰੀ 2 years ਲਗਾਤਾਰ ਚੱਲਿਆ ਸਰ ਇਹ ਪ੍ਰੋਸੈਸ। ਅਸੀਂ 1 o'clock ਸਕੂਲ ਤੋਂ ਆਉਣਾ, ਨਾਲ ਦੀ ਉੱਥੇ ਚੰਡੀਗੜ੍ਹ ਚਲੇ ਜਾਣਾ ਹੈ, ਗੱਡੀ ਵਿੱਚ ਹੀ ਕੱਪੜੇ ਚੇਂਜ ਕਰਦੇ ਹਾਂ, ਗੱਡੀ ਵਿੱਚ ਹੀ ਖਾ ਕੇ ਨਾਲ ਦੀ ਵਾਪਿਸ ਆ ਜਾਂਦੇ ਸੀ ਸਰ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਦੋਨਾਂ ਭਰਾਵਾਂ ਦੇ ਨਾਲ ਜਿਹੜੀ ਆ ਗੋਲਫ ਦੇ ਬਾਰੇ ਗੱਲਬਾਤ ਕੀਤੀ ਆ, ਤੁਹਾਨੂੰ ਵੀ ਚੰਗੀ ਲੱਗੀ ਹੋਊਗੀ। ਔਰ ਸਭ ਤੋਂ ਵੱਡਾ ਉਦਮ ਉਸ ਮਾਂ ਦਾ ਆ ਜਿਸ ਨੇ ਇਹ ਸੋਚਿਆ ਕਿ ਦੋਨਾਂ ਬੱਚਿਆਂ ਨੂੰ ਇੱਕ ਪਿੰਡ ਤੋਂ ਬਾਹਰ ਲਿਜਾ ਕੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਗੋਲਫ ਦੀ ਟ੍ਰੇਨਿੰਗ ਦਿਵਾਉਣਾ। ਮਾਵਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਅਤੇ ਇਹਨਾਂ ਦੋਨਾਂ ਵਿਦਿਆਰਥੀਆਂ ਦੀ ਜਿਹੜੀ ਮਦਰ ਹੈ ਉਹਦਾ ਬਹੁਤ ਵੱਡਾ ਹੱਥ ਹੈ। ਤਾਂ ਜੋ ਇਹਨਾਂ ਦਾ ਟੀਚਾ ਆ, ਇਸ 'ਤੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰੀਕੇ ਨਾਲ ਪੰਜਾਬ ਦੇ ਇੱਕ ਪਿੰਡ ਦੇ ਇਹ ਦੋਵੇਂ ਨੌਜਵਾਨ ਜਿਸ ਤਰੀਕੇ ਨਾਲ ਗੋਲਫ ਖੇਡ ਰਹੇ ਨੇ, ਤਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੌਜਵਾਨ ਹਮੇਸ਼ਾ ਬੁਲੰਦੀਆਂ ਦੇ ਉੱਤੇ ਰਹਿਣ। ਜੋ ਇਹਨਾਂ ਨੇ ਟੀਚਾ ਮਿੱਥਿਆ ਹੋਇਆ ਇੱਕ ਦਿਨ ਉਸ ਟੀਚੇ ਉੱਤੇ ਜ਼ਰੂਰ ਪਹੁੰਚਣ। ਕਿਸ ਤਰੀਕੇ ਲੱਗੀ ਇਹ ਮੁਲਾਕਾਤ, ਇਸ ਬਾਰੇ ਜ਼ਰੂਰ ਦੱਸਣਾ। ਕੈਮਰਾਮੈਨ ਯਾਦਵਿੰਦਰ ਦੇ ਨਾਲ ਕਮਲਜੀਤ ਸਿੱਧੂ, ਔਨ ਏਅਰ।